ਪਿਆਰੇ ਵਿਦਿਆਰਥੀਓ, ਸਾਇੰਸ ਦਾ ਮਨੁੱਖੀ ਸਭਿਅਤਾ ਦੇ ਵਾਧੇ ਅਤੇ ਵਿਕਾਸ ਵਿੱਚ ਬੜਾ ਹੀ ਮਹੱਤਵਪੂਰਨ ਯੋਗਦਾਨ ਹੈ। ਇਸ ਨਾਲ ਸਾਡਾ ਗਿਆਨ ਦਾ ਖਜ਼ਾਨਾ ਭਰਪੂਰ ਹੋ ਰਿਹਾ ਹੈ ਅਤੇ ਇਸ ਨਾਲ ਸਾਡੀ ਬੁੱਧੀ ਦਾ ਵਿਕਾਸ ਵੀ ਹੋਇਆ ਹੈ। ਸਾਇੰਸ ਕੁਦਰਤ ਮਾਂ ਦੇ ਅਚੰਭਤ ਕਰਨ ਵਾਲੇ ਸੁਭਾਅ ਦੇ ਗੁੱਝੇ ਭੇਦਾਂ ਦੀ ਪਹਿਚਾਣ ਕਰਨ ਵਿੱਚ ਲਗਾਤਾਰ ਸਾਡੀ ਮਦਦ ਕਰ ਰਹੀ ਹੈ। ਵਿਗਿਆਨ ਸਾਨੂੰ ਯਾਦ ਦਿਵਾਉਂਦੀ ਹੈ ਕਿ ਪ੍ਰਕਿਰਤੀ ਦੇ ਸਮੁੱਚੇ ਢਾਂਚੇ ਵਿੱਚ ਸਾਡੀ ਹੋਂਦ ਇੱਕ ਕਿਣਕੇ ਸਮਾਨ ਹੈ। ਪੁਰਾਤਨ ਯੁੱਗ ਵਿੱਚ ਇੱਕ ਪਹੀਏ ਦੀ ਖੋਜ ਤੋਂ ਲੈ ਕੇ ਅੱਜ ਕੱਲ੍ਹ ਦੇ ਨਵੀਨ ਯੁੱਗ ਵਿੱਚ ਸੁਪਰ ਕੰਪਿਊਟਰ ਦੀ ਖੋਜ ਨਾਲ ਮਨੁੱਖੀ ਜੀਵਨ ਬੜਾ ਸੁਖਾਲਾ ਹੋਣ ਦੇ ਨਾਲ ਨਾਲ ਬਹੁਤ ਉਪਯੋਗੀ ਬਣ ਗਿਆ ਹੈ। ਇਸ ਰਾਹੀਂ ਉਪਲਬਧ ਸੁੱਖ ਸਹੂਲਤਾਂ ਨਾਲ ਮਨੁੱਖ ਨੂੰ ਆਪਣੀ ਜ਼ਿੰਦਗੀ ਦੇ ਆਨੰਦ ਪ੍ਰਾਪਤ ਕਰਨ ਦੇ ਅਨੇਕ ਅਵਸਰ ਪ੍ਰਾਪਤ ਹੋਏ ਨੇ। ਵਿਗਿਆਨ ਸਾਡੇ ਜੀਵਨ ਦਾ ਇੱਕ ਬੜਾ ਮਹੱਤਵਪੂਰਨ ਅੰਗ ਹੈ। ਇਸ ਕਰਕੇ ਸਭ ਤੋਂ ਪਹਿਲਾਂ ਅਸੀਂ ਸਾਇੰਸ ਜਾਂ ਵਿਗਿਆਨ ਦੀ ਪਰਿਭਾਸ਼ਾ ਬਾਰੇ ਜਾਣਨ ਦੀ ਕੋਸ਼ਿਸ਼ ਕਰ ਰਹੇ ਹਾਂ। ਸੋ ਡੀਅਰ ਸਟੂਡੈਂਟਸ, ਤੁਹਾਡੇ ਸਕਰੀਨ 'ਤੇ ਅਸੀਂ ਦੇਖ ਰਹੇ ਹਾਂ ਵਾਟ ਇਜ਼ ਸਾਇੰਸ। A newly born baby first of all might feel hunger। ਜਦੋਂ ਇੱਕ ਨਵਾਂ ਬੱਚਾ ਪਰਿਵਾਰ 'ਚ ਪੈਦਾ ਹੁੰਦਾ ਹੈ, ਸਭ ਤੋਂ ਪਹਿਲਾਂ ਉਹਨੂੰ ਭੁੱਖ ਕਿਉਂ ਮਹਿਸੂਸ ਹੁੰਦੀ ਹੈ? What causes us to feel the need to eat something? ਕਿਹੜਾ ਕਾਰਨ ਹੈ ਕਿ ਸਾਨੂੰ ਕੁਝ ਖਾਣ ਦੀ ਜ਼ਰੂਰਤ ਮਹਿਸੂਸ ਹੁੰਦੀ ਹੈ? ਵੀ ਓਬਜ਼ਰਵ, ਅਸੀਂ ਦੇਖਦੇ ਹਾਂ, ਹਰ ਰੋਜ਼ ਦੇਖਦੇ ਹਾਂ, ਡੇਲੀ ਰਾਈਜ਼ਿੰਗ ਆਫ ਸਨ, ਸੂਰਜ ਦੇ ਚੜ੍ਹਨ ਨੂੰ ਦੇਖਦੇ ਹਾਂ, ਅਤੇ ਇਹ ਕਿਵੇਂ ਸੈਟਿੰਗ ਆਫ ਸਨ, ਅਸੀਂ ਇਹਨੂੰ ਵੀ ਦੇਖਦੇ ਹਾਂ, ਸੂਰਜ ਛੁਪਣ ਦਾ ਵੀ ਦੇਖਦੇ ਹਾਂ। ਵੀ ਆਲਸੋ ਓਬਜ਼ਰਵ ਸਮਰ ਐਂਡ ਵਿੰਟਰ ਸੀਜ਼ਨਸ, ਗਰਮੀ ਅਤੇ ਸਰਦੀ ਦੇ ਸੀਜ਼ਨ ਦੀ ਅਦਲਾ ਬਦਲੀ ਹੁੰਦੀ ਹੈ, ਉਹਨਾਂ ਨੂੰ ਅਸੀਂ ਓਬਜ਼ਰਵ ਕਰਦੇ ਹਾਂ। ਵੀ ਫਰਦਰ ਨੋਟ ਡੈਟ ਲੈਂਥ ਆਫ ਡੇ ਕੀਪ ਔਨ ਵੇਰਿੰਗ, ਅਸੀਂ ਇਹ ਵੀ ਦੇਖਦੇ ਹਾਂ ਵੀ ਦਿਨਾਂ ਦਾ ਜਿਹੜੀ ਲੰਬਾਈ ਹੈ, ਸਮਾਂ, ਉਹ ਲਗਾਤਾਰ ਬਦਲਦਾ ਰਹਿੰਦਾ ਹੈ। ਆਫਟਰ ਰੇਨ ਵੀ ਸੀ ਰੇਨਬੋ ਇਨ ਦਾ ਸਕਾਈ, ਅਸਮਾਨ 'ਚ ਮੀਂਹ ਤੋਂ ਬਾਅਦ ਸਾਨੂੰ ਕਦੇ ਕਦੇ ਸਤਰੰਗੀ ਪੀਂਘ ਵੀ ਦੇਖਣ ਨੂੰ ਮਿਲਦੀ ਹੈ। ਸਮਟਾਈਮਸ ਵੀ ਓਬਜ਼ਰਵ ਥੰਡਰ ਸਟੋਰਮਸ, ਕਈ ਵਾਰੀ ਬੱਦਲ ਗੜਕਦੇ ਸੁਣੇ ਜਾਂਦੇ ਨੇ। Sometimes we or our parents or our grandparents are surprised how it becomes possible to see live telecast of events being organized thousands of miles away from us। ਕਈ ਵਾਰੀ ਅਸੀਂ, ਸਾਡੇ ਮਾਤਾ ਪਿਤਾ ਜਾਂ ਸਾਡੇ ਦਾਦਾ ਦਾਦੀ ਹੈਰਾਨ ਹੋ ਜਾਂਦੇ ਹਾਂ ਵੀ ਕਿਵੇਂ ਸੰਭਵ ਹੋ ਗਿਆ ਵੀ ਕੋਈ ਪ੍ਰੋਗਰਾਮ ਸਾਡੇ ਤੋਂ ਹਜ਼ਾਰਾਂ ਮੀਲ ਦੂਰ ਹੋ ਰਿਹਾ ਅਤੇ ਸਾਨੂੰ ਸਿੱਧਾ ਪ੍ਰਸਾਰਨ ਉਸੇ ਸਮੇਂ ਦੇਖ ਰਿਹਾ। ਵੀ ਆਵਰ ਸੈਲਸ, ਅਸੀਂ ਆਪਣੇ ਆਪ ਜਾਂ ਔਰ ਇਨ ਜਨਰਲ ਹਿਊਮਨ ਜਾਂ ਕੋਈ ਵੀ ਮਨੁੱਖ ਆਲਵੇਜ਼ ਵਾਂਟ ਆਨਸਰ ਟੂ ਦ ਓਬਜ਼ਰਵੇਸ਼ਨਸ ਅਰਾਊਂਡ ਹਿਮ। ਅਸੀਂ ਜਾਂ ਕੋਈ ਵੀ ਮਨੁੱਖ, ਕੋਈ ਵੀ ਆਮ ਮਨੁੱਖ, ਉਹ ਆਪਣੇ ਆਲੇ ਦੁਆਲੇ ਜਿਹੜੀਆਂ ਚੀਜ਼ਾਂ ਦਾ ਨਿਰੀਖਣ ਕਰਦਾ, ਜਿਨ੍ਹਾਂ ਨੂੰ ਉਹ ਦੇਖਦਾ, ਓਬਜ਼ਰਵ ਕਰਦਾ ਹੈ, ਉਹਨਾਂ ਬਾਰੇ ਜਾਣਨ ਦੀ ਕੋਸ਼ਿਸ਼ ਕਰਦਾ ਹੈ। ਕਿਸ ਤਰ੍ਹਾਂ ਦੀਆਂ ਚੀਜ਼ਾਂ ਦੀਆਂ? ਜਿਨ੍ਹਾਂ ਨੂੰ ਅਸੀਂ ਉੱਪਰ ਡਿਸਕਸ ਕੀਤਾ ਹੈ ਵੀ ਭੁੱਖ ਲੱਗਦੀ ਹੈ, ਕਿਉਂ ਲੱਗਦੀ ਹੈ? ਕੁਝ ਖਾਣ ਦੀ ਜ਼ਰੂਰਤ ਮਹਿਸੂਸ ਹੁੰਦੀ ਹੈ, ਕਿਉਂ ਹੁੰਦਾ ਹੈ? ਸੂਰਜ ਦਾ ਚੜ੍ਹਨਾ ਅਤੇ ਸੂਰਜ ਦਾ ਛਿਪਣਾ, ਇਹਦੇ ਪਿੱਛੇ ਕੀ ਕਾਰਨ ਹੈ? ਗਰਮੀ ਅਤੇ ਸਰਦੀ ਦੇ ਸੀਜ਼ਨਾਂ ਦੀ ਅਦਲਾ ਬਦਲੀ ਹੁੰਦੀ ਰਹਿੰਦੀ ਹੈ, ਕਿਉਂ? ਦਿਨ ਦਾ ਸਮਾਂ ਲਗਾਤਾਰ ਬਦਲਦਾ ਰਹਿੰਦਾ ਹੈ। ਮੀਂਹ ਤੋਂ ਬਾਅਦ ਸਾਨੂੰ ਸਤਰੰਗੀ ਪੀਂਘ ਦੇਖਣ ਨੂੰ ਮਿਲਦੀ ਹੈ। ਬੱਦਲ ਕਦੇ ਕਦੇ ਗੜਕਦੇ ਸੁਣੇ ਜਾਂਦੇ ਨੇ। ਸਿੱਧਾ ਪ੍ਰਸਾਰਨ ਸਾਨੂੰ ਹਜ਼ਾਰਾਂ ਕਿਲੋਮੀਟਰ ਤੋਂ
ਹੋ ਰਹੇ ਪ੍ਰੋਗਰਾਮ ਦਾ ਸਿੱਧਾ ਉਸੇ ਵੇਲੇ ਸਾਨੂੰ ਦੇਖਣ ਨੂੰ ਦਾ ਅਵਸਰ ਪ੍ਰਾਪਤ ਹੁੰਦਾ ਹੈ। ਇਹ ਸਾਰੇ ਸਾਡੇ ਆਬਜ਼ਰਵੇਸ਼ਨਸ ਨੇ। ਇਹਨਾਂ ਆਬਜ਼ਰਵੇਸ਼ਨ ਦੇ ਪਿੱਛੇ ਕਾਰਨ ਨੂੰ ਅਸੀਂ ਤਲਾਸ਼ਦੇ ਹਾਂ, ਉਹਨੂੰ ਜਸਟੀਫਾਈ ਕਰਨੇ ਆ ਵੀ ਇਹ ਕਿਉਂ ਹੋ ਰਿਹਾ। ਦ ਜਸਟੀਫਿਕੇਸ਼ਨ ਔਰ ਐਕਸਪਲੇਨੇਸ਼ਨ ਫॉर ਆਲ ਸੱਚ ਆਬਜ਼ਰਵੇਸ਼ਨਸ। ਕਿਵੇਂ ਜਸਟੀਫਿਕੇਸ਼ਨ ਦੇਣਾ? ਇੱਕ ਵਿਗਿਆਨਕ ਪੈਮਾਨੇ 'ਤੇ, ਵਿਗਿਆਨਕ ਆਧਾਰ 'ਤੇ ਅਸੀਂ ਇਹਨਾਂ ਨੂੰ ਐਕਸਪਲੇਨ ਜਦੋਂ ਕਰਦੇ ਹਾਂ, ਇਹ ਸਾਰੀ ਪ੍ਰਕਿਰਿਆ ਦੇ ਦੌਰਾਨ ਸਾਡੇ ਕੋਲ ਇੱਕ ਗਿਆਨ ਦਾ ਭੰਡਾਰ ਜੋ ਇਕੱਠਾ ਹੁੰਦਾ ਹੈ, ਉਹਨੂੰ, ਉਸ ਨੌਲੇਜ ਨੂੰ ਹੀ ਅਸੀਂ ਸਾਇੰਸ ਕਹਿੰਦੇ ਹਾਂ। ਦ ਜਸਟੀਫਿਕੇਸ਼ਨ ਔਰ ਐਕਸਪਲੇਨੇਸ਼ਨਸ ਫॉर ਆਲ ਸੱਚ ਆਬਜ਼ਰਵੇਸ਼ਨਸ on scientific ground is accumulated with time is called the knowledge। ਇਹ ਗਿਆਨ ਹੈ, ਇਹ ਗਿਆਨ ਹੈ, ਨੌਲੇਜ ਹੈ। ਇਸੇ ਗਿਆਨ ਨੂੰ ਅਸੀਂ ਵਿਗਿਆਨ ਕਹਿੰਦੇ ਹਾਂ। ਸੱਚ ਨੌਲੇਜ ਵਿੱਚ ਵੀ ਅਸੀਂ ਜਾਂ ਮਨੁੱਖੀ ਸੱਭਿਅਤਾ ਜਾਂ ਔਰ ਮੈਨਕਾਇੰਡ ਪ੍ਰਾਪਤ ਕਰਦੀ ਹੈ ਗੇਨ ਥਰੂ, ਕਿਹਦੇ ਰਾਹੀਂ? ਚੀਜ਼ਾਂ ਨੂੰ ਪਹਿਲਾਂ ਓਬਜ਼ਰਵ ਕਰਦੀ ਹੈ, ਫਿਰ ਉਹਨਾਂ ਆਬਜ਼ਰਵੇਸ਼ਨ ਦੇ ਪਿੱਛੇ ਕਾਰਨ ਤਲਾਸ਼ਦੀ ਹੈ, ਉਹਨੂੰ ਐਕਸਪਲੇਨ ਕਰਦੀ ਹੈ। ਕਿਸ ਤਰੀਕੇ ਨਾਲ? ਇੱਕ ਯੋਜਨਾਬੱਧ ਤਰੀਕੇ ਨਾਲ, ਸਿਸਟਮੈਟਿਕ। ਕੋਈ ਤੁੱਕੇਬਾਜ਼ੀ ਨਹੀਂ ਲਾ ਰਹੇ, ਉਹਦੇ ਪਿੱਛੇ ਇੱਕ ਪਲਾਨ ਤਰੀਕੇ, ਇੱਕ ਯੋਜਨਾਬੱਧ ਤਰੀਕੇ ਨਾਲ ਉਹਨਾਂ ਨੂੰ, ਕਾਰਨ ਨੂੰ ਐਕਸਪਲੇਨ ਕਰਦੀ ਹੈ। ਇਸ ਤਰੀਕੇ ਜਿਹੜੀ ਨੌਲੇਜ ਇਕੱਠੀ ਹੁੰਦੀ ਹੈ ਉਸ ਨੂੰ ਹੀ ਵਿਗਿਆਨ ਕਹਿੰਦੇ, ਉਸ ਗਿਆਨ ਨੂੰ ਹੀ ਵਿਗਿਆਨ ਕਹਿੰਦੇ ਆ। ਦੈਟ ਨੌਲੇਜ ਕਾਲਡ ਸਾਇੰਸ। ਸਾਇੰਸ ਦੀਆਂ ਬਹੁਤ ਸਾਰੀਆਂ ਬ੍ਰਾਂਚਿਸ ਨੇ, ਕਿਉਂਕਿ ਕੋਈ ਆਬਜ਼ਰਵੇਸ਼ਨ ਇੱਕ ਡੋਮੇਨ ਏਰੀਆ 'ਚ ਲਾਈ ਕਰਦਾ, ਉਹਦੇ ਸੰਬੰਧਿਤ ਜਿਹੜੀ ਜਾਣਕਾਰੀ ਇਕੱਠੀ ਹੋਏਗੀ ਉਸ ਦਾਇਰੇ ਦਾ ਗਿਆਨ ਹੋਏਗਾ। ਕੋਈ ਜਾਣਕਾਰੀ, ਕੋਈ ਆਬਜ਼ਰਵੇਸ਼ਨ ਕਿਸੇ ਹੋਰ ਦਾਇਰੇ 'ਚ ਹੋਏਗਾ। ਇਸ ਕਰਕੇ ਬਹੁਤ ਸਾਰੀਆਂ ਬ੍ਰਾਂਚਿਸ ਬਣ ਜਾਂਦੀਆਂ ਨੇ। ਬ੍ਰੌਡਲੀ ਸਪੀਕਿੰਗ there are diverse fields in which things phenomenon ਅੱਗੇ ਅਸੀਂ phenomena word ਸੁਣਾਂਗੇ, MENONA, phenomenon ਦਾ phenomena ਬਹੁਵਚਨ ਹੈ। ਕ੍ਰਿਸ਼ਮਾ, ਕੁਦਰਤੀ ਕ੍ਰਿਸ਼ਮੇ ਜਿਹੜੇ ਹੁੰਦੇ ਆ, ਵਰਤਾਰੇ, ਕੁਦਰਤੀ ਵਰਤਾਰੇ ਹੁੰਦੇ ਆ। ਕੁਦਰਤੀ ਵਰਤਾਰਾ ਕੀ ਹੈ? ਸੂਰਜ ਹਮੇਸ਼ਾ ਪੂਰਬ ਵਿੱਚ ਚੜ੍ਹਦਾ, ਇੱਕ ਕੁਦਰਤੀ ਕ੍ਰਿਸ਼ਮਾ ਹੈ। ਸਨ ਆਲਵੇਜ਼ ਰਾਈਜ਼ਸ ਇਨ ਈਸਟ, ਇਟ ਆਲਵੇਜ਼ ਸੈਟਸ ਇਨ ਵੈਸਟ। ਇਹ ਕੁਦਰਤ ਦਾ ਨਿਯਮ ਹੈ, ਇੱਕ ਫਿਨੋਮੀਨਨ ਹੈ। ਦੇਅਰ ਆਰ ਡਾਈਵਰਸ ਫੀਲਡਸ ਇਨ ਵਿਚ ਥਿੰਗਸ, ਕੁਝ ਚੀਜ਼ਾਂ ਜਾਂ ਕੁਝ ਕ੍ਰਿਸ਼ਮੇ ਜਿਹੜੇ ਆ ਆਰ ਓਬਜ਼ਰਵਡ ਐਂਡ ਆਰ ਗਿਵਨ ਐਕਸਪਲੇਨੇਸ਼ਨਸ, ਉਹਨਾਂ ਦੀ ਵਿਆਖਿਆ ਕੀਤੀ ਜਾਂਦੀ ਹੈ। ਦਿਸ ਗੇਵ ਬਰਥ ਟੂ ਮੈਨੀ ਬ੍ਰਾਂਚਿਸ ਆਫ ਸਾਇੰਸ। ਬਹੁਤ ਸਾਰੀਆਂ ਸ਼ਾਖਾਵਾਂ ਦਾ ਜਨਮ ਹੋ ਜਾਂਦਾ ਹੈ ਸਾਇੰਸ ਦੀਆਂ ਦਾ। ਬ੍ਰੌਡਲੀ ਮੇਨ ਬ੍ਰਾਂਚਿਸ ਕਿਹੜੀਆਂ ਨੇ? ਫਿਜ਼ੀਕਲ ਸਾਇੰਸਿਸ, ਇਹਦੇ ਵਿੱਚ ਫਿਜ਼ਿਕਸ, ਕੈਮਿਸਟਰੀ, ਐਸਟ੍ਰੋਨਮੀ ਵਰਗੇ ਸਬਜੈਕਟ ਆਉਂਦੇ ਹੈ। ਦੂਸਰੀ ਬ੍ਰਾਂਚ ਬਾਇਓਲੋਜੀਕਲ ਸਾਇੰਸਿਸ ਹੈ, ਇਹਦੇ ਵਿੱਚ ਬੋਟਨੀ, ਜੂਲੌਜੀ ਵਰਗੇ ਵਿਸ਼ੇ ਆਉਂਦੇ ਹੈ। ਅਰਥ ਸਾਇੰਸਿਸ ਇੱਕ ਬ੍ਰਾਂਚ ਹੈ, ਇਹਦੇ ਵਿੱਚ ਜੀਓਲੋਜੀ, ਜਿਓਗ੍ਰਾਫੀ, ਇਹ ਵਿਸ਼ੇ ਆਉਂਦੇ ਆ। ਹੁਣ ਅਸੀਂ ਸਮਝਣ ਦੀ ਕੋਸ਼ਿਸ਼ ਕਰਾਂਗੇ, ਕਿਉਂਕਿ ਅਸੀਂ ਉੱਪਰ ਕਿਹਾ ਵੀ ਕੋਈ ਆਬਜ਼ਰਵੇਸ਼ਨ ਨੂੰ ਐਕਸਪਲੇਨ ਕਰਨ ਦੇ ਲਈ ਅਸੀਂ ਇੱਕ ਸਾਇੰਟੀਫਿਕ, ਇੱਕ ਯੋਜਨਾਬੱਧ, ਇੱਕ ਸਿਸਟੇਮੈਟਿਕ ਮੈਨਰ ਦੇ ਵਿੱਚ ਇੱਕ ਐਕਸਪਲੇਨੇਸ਼ਨ ਪ੍ਰੋਵਾਈਡ ਕਰਦੇ ਹਾਂ। ਉਹਦੇ ਦੌਰਾਨ ਜਿਹੜੀ ਨੌਲੇਜ ਇਕੱਠੀ ਹੁੰਦੀ ਹੈ ਉਸੇ ਨੂੰ ਹੀ ਵਿਗਿਆਨ ਕਹਿੰਦੇ ਆ। ਤਾਂ ਉਹ ਸਾਇੰਟੀਫਿਕ ਮੈਥਡ ਹੈ ਕੀ ਹੈ, ਜਿਹੜਾ ਸਾਨੂੰ ਹਰ ਕਿਸੇ ਨੂੰ ਆਉਣਾ ਚਾਹੀਦਾ, ਤਾਂ ਕਿ ਅਸੀਂ ਕੋਈ ਲੌਜਿਕ ਦੇ ਆਧਾਰ 'ਤੇ ਕਿਸੇ ਚੀਜ਼ ਨੂੰ ਐਕਸਪਲੇਨ ਕਰ ਸਕਦੇ ਹੋਈਏ। ਜਿਵੇਂ ਤੁਸੀਂ ਇੱਕ ਆਪਣੇ ਕਹਾਣੀ ਸੁਣਦੇ ਹੋਵੋਗੇ ਜਾਂ ਟੀਵੀ ਸੀਰੀਅਲ ਦੇ ਵਿੱਚ ਦੇਖਦੇ ਹੋਵੋਗੇ ਵੀ ਮਹਾਭਾਰਤ ਦੇ ਅੰਦਰ ਭੀਮ ਨੇ ਉਹ ਇੰਨਾ ਜ਼ੋਰਾਵਰ ਸੀ ਵੀ ਹਾਥੀਆਂ ਨੂੰ ਪਕੜ ਕੇ ਅਸਮਾਨ ਵੱਲ ਐਵੇਂ
ਸੁੱਟਿਆ ਵੀ ਉਹ ਹਾਥੀ ਕਦੇ ਵਾਪਸ ਨਹੀਂ ਆਏ। ਇਹ ਜਿਹੜਾ ਕਥਨ ਹੈ ਇਹਦੀ ਪ੍ਰਮਾਣਿਕਤਾ ਸੱਚਾਈ ਤੇ ਬਹਿਸ ਕਰਨ ਦੀ ਜਗ੍ਹਾ ਤੇ ਅਸੀਂ ਇੱਕ ਚੀਜ਼ ਜ਼ਰੂਰ ਕਹਿ ਸਕਦੇ ਹਾਂ ਕਿ ਧਰਤੀ ਹਰੇਕ ਚੀਜ਼ ਨੂੰ ਆਪਣੇ ਸੈਂਟਰ ਵੱਲ ਖਿੱਚਦੀ ਹੈ, ਪਰ ਕੁਝ ਹੱਦ ਤੱਕ ਉਸ ਦਾਇਰੇ ਦੇ ਅੰਦਰ ਜਿਹੜੀਆਂ ਚੀਜ਼ਾਂ ਪਈਆਂ ਨੇ, ਉਸ ਦਾਇਰੇ ਦੇ ਅੰਦਰ ਧਰਤੀ ਹਰੇਕ ਚੀਜ਼ ਨੂੰ ਆਪਣੇ ਸੈਂਟਰ ਵੱਲ ਖਿੱਚਦੀ ਹੈ। ਉਸ ਦਾਇਰੇ ਤੋਂ ਕੋਈ ਚੀਜ਼ ਬਾਹਰ ਚਲੀ ਜਾਵੇ, ਉਹ ਜਿਹੜਾ ਫੀਲਡ ਹੈ ਉਸ ਨੂੰ ਗ੍ਰੈਵੀਟੇਸ਼ਨਲ ਫੀਲਡ ਬੋਲਦੇ ਹਾਂ ਅਸੀਂ। ਧਰਤੀ ਦਾ ਜਿਸ ਦਾ ਗ੍ਰੈਵੀਟੇਸ਼ਨਲ ਫੀਲਡ ਹੈ, ਜੇ ਕੋਈ ਚੀਜ਼ ਉਸ ਦਾਇਰੇ ਤੋਂ ਬਾਹਰ ਚਲੀ ਜਾਂਦੀ ਹੈ, that body does not return to the earth। ਤਾਂ ਜਿਸ ਅਸੀਂ ਕਥਨ ਦੀ ਗੱਲ ਕੀਤੀ ਹੈ, ਅਸੀਂ ਉਹਦੇ ਪਿੱਛੇ ਕਾਰਨ ਇਹ ਕਹਿ ਸਕਦੇ ਹਾਂ ਵੀ ਕੋਈ ਵੀ ਚੀਜ਼ ਨੂੰ ਅਸੀਂ ਕੁਝ ਸਪੀਡ ਨਾਲ ਜਦੋਂ ਉੱਪਰ ਨੂੰ ਥਰੋ ਕਰਦੇ ਹਾਂ, ਜੋ ਧਰਤੀ ਦਾ ਗ੍ਰੈਵੀਟੇਸ਼ਨਲ ਫੀਲਡ ਕ੍ਰਾਸ ਕਰ ਜਾਂਦੀ ਹੈ, then that body will never return to the surface of earth। ਇਹਦੇ ਪਿੱਛੇ ਕਾਰਨ ਹੈ ਵੀ ਇੱਕ ਸਾਇੰਟੀਫਿਕ ਕਾਰਨ, ਕੋਈ ਆਬਜ਼ਰਵੇਸ਼ਨ ਨੂੰ ਅਸੀਂ ਐਕਸਪਲੇਨ ਕਰਨਾ ਔਨ ਦਾ ਬੇਸਿਸ ਆਫ ਏ ਸਾਇੰਟੀਫਿਕ ਮੈਥਡ। ਇਹਦੇ ਵਿੱਚ ਕੁਝ ਸੀਕੁਐਂਸ ਆਫ ਸਟੈਪਸ ਹੈ। ਅਸੀਂ ਸਾਇੰਟੀਫਿਕ ਮੈਥਡ ਹੁੰਦਾ ਕੀ ਹੈ, ਜ਼ਰੂਰਤ ਕੀ ਪੈਂਦੀ ਹੈ, ਇਟ ਇਜ਼ ਨੀਡਡ ਟੂ ਐਕਸਪਲੇਨ ਸਮਥਿੰਗ। ਕੋਈ ਸਮਥਿੰਗ ਦਾ ਮਤਲਬ ਕੋਈ ਆਬਜ਼ਰਵੇਸ਼ਨ ਅਸੀਂ ਕੀਤਾ ਜਾਂ ਕਿਸੇ ਨੇ ਕੀਤਾ ਹੈ, ਉਹਨੂੰ ਅਸੀਂ ਐਕਸਪਲੇਨ ਕਰਨਾ ਹੈ। ਉਹ ਇੱਕ ਸਾਇੰਟੀਫਿਕ ਮੈਥਡ ਦੇ ਨਾਲ ਅਸੀਂ ਐਕਸਪਲੇਨ ਕਰਾਂਗੇ। ਕੁਝ ਸਟੈਪਸ ਨੇ, ਉਹਨਾਂ ਦੇ ਰਾਹੀਂ ਅਸੀਂ ਇਸ ਮੈਥਡ ਨੂੰ ਡਿਸਕਸ ਕਰਾਂਗੇ। ਸਭ ਤੋਂ ਪਹਿਲਾਂ ਕਿ ਵੀ ਸ਼ੈਲ ਟੇਕ ਏ ਨੰਬਰ ਆਫ ਆਬਜ਼ਰਵੇਸ਼ਨਸ। ਸਾਨੂੰ ਇੱਕ ਚੀਜ਼ ਦੇਖਣ ਨੂੰ ਮਿਲੀ, ਅਸੀਂ ਉਹ ਚੀਜ਼ ਨੂੰ ਵਾਰੀ-ਵਾਰੀ ਓਬਜ਼ਰਵ ਕਰਾਂਗੇ, ਉਹਦਾ ਨਿਰੀਖਣ ਕਰਾਂਗੇ ਕਿ ਉਹ ਚੀਜ਼ ਉਸ ਤਰ੍ਹਾਂ ਹੀ ਘਟ ਰਹੀ ਹੈ। ਸੈਕੰਡ ਸਟੈਪ, ਆਇਡੈਂਟੀਫਾਈ ਸਮ ਬਿਹੇਵੀਅਰ ਲੌਜੀਕਲੀ ਕਨੈਕਟਿੰਗ ਦਾ ਆਬਜ਼ਰਵੇਸ਼ਨ। ਉਹਦੇ ਪਿੱਛੇ ਕੋਈ ਤਰਕ ਬਾਰੇ ਸੋਚਾਂਗੇ, ਕਾਰਨ ਸੋਚਾਂਗੇ ਵੀ ਜਿਹੜਾ ਵਰਤਾਓ ਦੇਖਣ ਨੂੰ ਮਿਲ ਰਿਹਾ, ਜਿਹੜਾ ਬਿਹੇਵੀਅਰ ਮਿਲ ਰਿਹਾ, ਉਹਨੂੰ ਆਇਡੈਂਟੀਫਾਈ ਕਰਾਂਗੇ, ਉਹਦੀ ਪਛਾਣ ਕਰਨ ਦੀ ਕੋਸ਼ਿਸ਼ ਕਰਾਂਗੇ। ਫਿਰ ਵੀ ਸ਼ੈਲ ਸੁਜੈਸਟ ਸਮ ਮਾਡਲ ਟੂ ਐਕਸਪਲੇਨ ਦਾ ਬਿਹੇਵੀਅਰ। ਉਹ ਜਿਹੜਾ ਵਰਤਾਰਾ ਹੈ ਉਹਨੂੰ ਅਸੀਂ ਐਕਸਪਲੇਨ ਕਰਨ ਦੀ ਕੋਸ਼ਿਸ਼ ਕਰਾਂਗੇ, ਇੱਕ ਮਾਡਲ ਪ੍ਰਪੋਜ਼ ਕਰਾਂਗੇ। ਦੈਨ ਉਸ ਮਾਡਲ ਦਾ ਅਸੀਂ ਨਿਰੀਖਣ ਕਰਾਂਗੇ, ਵੈਰੀਫਾਈ ਕਰਾਂਗੇ, ਵੈਰੀਫਿਕੇਸ਼ਨ ਆਫ ਦਾ ਸੁਜੈਸਟਡ ਮਾਡਲ। ਦ ਨੌਲੇਜ ਕਲੈਕਟਡ ਥਰੂ ਸਾਇੰਟੀਫਿਕ ਅਪਰੋਚ ਦਾ ਮਤਲਬ ਕੀ ਹੁੰਦੀ ਹੈ? ਪਹੁੰਚ, ਕਿਸੇ ਅਪਰੋਚ ਕਰਨਾ। ਕਿਹੜੀ ਕਾਰਨ, ਕਿਹੜੀ ਸਾਇੰਟੀਫਿਕ, ਕਿਹੜੀ ਤਰੀਕੇ ਨਾਲ ਅਸੀਂ ਅਪਰੋਚ ਕਰ ਰਹੇ ਹਾਂ? ਇਹ ਨੌਲੇਜ ਕਲੈਕਟ ਕਰਨ ਲਈ ਇੱਕ ਸਾਇੰਟੀਫਿਕ ਵਿਗਿਆਨਕ ਪਹੁੰਚ ਅਪਣਾ ਕੇ ਜਿਹੜੀ ਵੀ ਨੌਲੇਜ ਕਲੈਕਟ ਹੁੰਦੀ ਹੈ ਉਹ ਸਾਇੰਸ ਦਾ, ਵਿਗਿਆਨ ਦਾ ਇੱਕ ਅੰਗ ਬਣ ਜਾਂਦੀ ਹੈ। ਦੈਟ ਬਿਕਮਸ ਏ ਪਾਰਟ ਆਫ ਸਾਇੰਸ। ਸੋ ਅਸੀਂ ਹੁਣ ਇਹ ਡਿਸਕਸ ਕਰਾਂਗੇ ਵੀ ਅਸੀਂ ਇੱਕ ਮਾਡਲ ਪ੍ਰਪੋਜ਼ ਕੀਤਾ, ਉਹਦਾ ਅਸੀਂ ਬਿਹੇਵੀਅਰ ਆਇਡੈਂਟੀਫਾਈ ਕੀਤਾ, ਵਰਤਾਓ ਆਇਡੈਂਟੀਫਾਈ ਕੀਤਾ, ਅਤੇ ਮਾਡਲ ਨੂੰ ਅਸੀਂ ਵੈਰੀਫਾਈ ਕਰਦੇ ਹਾਂ ਵੀ ਉਹਨੂੰ ਅਸੀਂ ਵੈਰੀਫਿਕੇਸ਼ਨ ਕਰਦੇ ਹਾਂ ਉਹਦੇ ਵੀ ਕੀ ਉਹ ਮਾਡਲ ਸਾਡੀ ਜਿਹੜਾ ਆਬਜ਼ਰਵੇਸ਼ਨ ਸੀਗਾ, ਕੀ ਉਸ ਆਬਜ਼ਰਵੇਸ਼ਨ ਨੂੰ ਉਹ ਐਕਸਪਲੇਨ ਕਰ ਰਿਹਾ। ਇਸ ਕਰਕੇ ਕੋਈ ਮਾਡਲ ਅਸੀਂ, ਕਿਸੇ ਨੇ ਪ੍ਰਪੋਜ਼ ਕਰ ਦਿੱਤਾ ਕੋਈ ਮਾਡਲ, ਕੀ ਉਹ ਮਾਡਲ ਲਗਾਤਾਰ ਪੱਕੇ ਤੌਰ 'ਤੇ ਸਥਾਪਿਤ ਹੋ ਕੇ ਰਹਿ ਸਕਦਾ ਹੈ? ਅਸੀਂ ਇਸ ਚੀਜ਼ ਨੂੰ ਅਸੀਂ ਡਿਸਕਸ ਕਰਾਂਗੇ। ਅਸੀਂ ਲਿਖਿਆ ਆਰ ਸਾਇੰਟੀਫਿਕ ਥਿਊਰੀਜ਼ ਆਰ ਪਰਮਾਨੈਂਟ। ਇੱਕ ਸਵਾਲ ਕੀਤਾ ਗਿਆ ਵੀ ਕੀ ਜਿਹੜੀਆਂ ਵਿਗਿਆਨਕ ਥਿਊਰੀਜ਼ ਨੇ, ਧਾਰਨਾਵਾਂ ਨੇ, ਕੋਈ ਧਾਰਨਾ ਅੱਜ ਬਣ ਜਾਂਦੀ ਹੈ ਕੀ ਉਹ ਪੱਕੇ ਤੌਰ 'ਤੇ ਬਣੀ ਰਹੇਗੀ, ਪੱਕੇ ਤੌਰ 'ਤੇ ਐਸਟੈਬਲਿਸ਼ ਹੋ ਜਾਏਗੀ ਉਹ? ਆਰ ਸਾਇੰਟੀਫਿਕ ਥਿਊਰੀਜ਼ ਆਰ ਪਰਮਾਨੈਂਟ।
ਕੀ ਪੱਕੇ ਤੌਰ 'ਤੇ ਸਥਾਪਿਤ ਹੋ ਜਾਣਗੀਆਂ ਥਿਊਰੀਜ਼ ਇੱਕ ਵਾਰੀ ਕੋਈ ਸਾਇੰਟੀਫਿਕ ਥਿਊਰੀ ਬਣੀ? ਇਹਦਾ ਆਨਸਰ ਕੀ ਦੇਵਾਂਗੇ ਅਸੀਂ? ਨੋ। ਨੋ ਸਾਇੰਟੀਫਿਕ ਥਿਊਰੀ ਕੈਨ ਬੀ ਟੇਕਨ ਟੂ ਬੀ ਪਰਮਾਨੈਂਟ, ਕਿਉਂਕਿ ਜਿਹੜੀ ਸਾਇੰਸ ਹੈ ਡਾਇਨਾਮਿਕ ਹੈ, ਗਤੀਸ਼ੀਲ ਹੈ, ਇਹਦੇ ਵਿੱਚ ਬਦਲਾਅ ਆਉਂਦਾ ਰਹਿੰਦਾ। ਇੱਕ ਕੁਦਰਤ ਦਾ ਨਿਯਮ ਹੈ, ਉਹਦੇ ਵਿੱਚ ਜਿਹੜਾ ਸਾਇੰਸ ਦੇ ਵਿੱਚ ਲਗਾਤਾਰ ਬਦਲਾਅ ਆਉਂਦਾ ਰਹਿੰਦਾ ਹੈ। ਸਾਇੰਸ ਇਜ਼ ਡਾਇਨਾਮਿਕ ਐਂਡ ਨੋ ਸਾਇੰਟੀਫਿਕ ਥਿਊਰੀ ਐਕਸਪਲੇਨਿੰਗ ਸਮ ਆਬਜ਼ਰਵੇਸ਼ਨ ਕੈਨ ਬੀ ਸੈਡ ਟੂ ਬੀ ਪਰਮਾਨੈਂਟ। ਤੇ ਕੋਈ ਵੀ ਸਾਇੰਟੀਫਿਕ ਥਿਊਰੀ, ਵਿਗਿਆਨਕ ਜਿਹੜਾ ਇੱਕ ਥਿਊਰੀ ਕੋਈ ਬਣ ਚੁੱਕੀ ਹੈ ਕਿਸੇ ਚੀਜ਼ ਨੂੰ ਐਕਸਪਲੇਨ ਕਰਨ ਦੇ ਲਈ, ਅਸੀਂ ਉਹਨੂੰ ਕਦੇ ਵੀ ਪਰਮਾਨੈਂਟ, ਪੱਕਾ ਨਹੀਂ ਕਹਿ ਸਕਦੇ ਉਹ ਬਣੀ ਰਹੇਗੀ, ਟਿਕ ਸਕੇਗੀ। ਕਿਉਂਕਿ ਸਮ ਥਿਊਰੀਜ਼ ਆਰ ਫਾਊਂਡ ਡਿਸਕਾਰਡਡ। ਡਿਸਕਾਰਡਡ ਦਾ ਮਤਲਬ ਰੱਦ ਕਰ ਦੇਣਾ ਸਮੇਂ ਦੇ ਨਾਲ। ਕੋਈ ਥਿਊਰੀਜ਼ ਦਿੱਤੀਆਂ, ਆਉਣ ਵਾਲੇ ਸਮੇਂ 'ਚ ਉਹ ਰੱਦ ਹੋ ਗਈਆਂ। ਸਮ ਥਿਊਰੀਜ਼ ਆਰ ਫਾਊਂਡ ਡਿਸਕਾਰਡਡ ਐਂਡ ਆਰ ਰਿਪਲੇਸਡ ਬਾਈ ਨਿਊ ਵਨਸ। ਉਹਨਾਂ ਦੀ ਜਗ੍ਹਾ ਨਵੀਆਂ ਥਿਊਰੀਆਂ ਨੇ ਲੈ ਲਈ। ਉਦਾਹਰਨ ਦੇ ਤੌਰ 'ਤੇ ਫਾਰ ਐਗਜ਼ਾਮਪਲ, ਟਾਲਮੀ ਨਾਂ ਦਾ ਇੱਕ ਸਾਇੰਟਿਸਟ ਸੀਗਾ, ਮੈਥੇਮੈਟੀਸ਼ੀਅਨ ਸੀਗਾ। ਇਹਨੇ ਇੱਕ ਥਿਊਰੀ ਦਿੱਤੀ, ਗੇਵ ਹਿਸ ਜੀਓਸੈਂਟਰਿਕ ਥਿਊਰੀ ਇਨ ਅਰਾਊਂਡ 150 AD। ਹੁਣ 2020 ਚੱਲ ਰਿਹਾ, ਕਿਸੇ ਵੇਲੇ 150ਵਾਂ ਸਾਲ ਸੀਗਾ, 150th AD, ਹੁਣ 2020 AD ਹੈ। ਟਾਲਮੀ ਨੇ 150 AD ਦੇ ਵਿੱਚ ਇੱਕ ਥਿਊਰੀ ਦਿੱਤੀ, ਜੀਓਸੈਂਟਰਿਕ ਥਿਊਰੀ। ਇਹਦਾ ਕੀ ਮਤਲਬ ਸੀ? Geocentric means Earth is at the center and everything else revolve around it। ਜਿਹੜੀ ਸਾਡੀ ਗਲੈਕਸੀ ਹੈ ਜਾਂ ਜਿਹੜੀ ਸਾਡੀ ਸ੍ਰਿਸ਼ਟੀ ਹੈ, ਜਿਹੜੀ ਯੂਨੀਵਰਸ ਹੈ, ਸ਼ੁਰੂ 'ਚ ਉਸ ਸਮੇਂ ਦੇ ਵਿੱਚ ਸਾਡਾ ਜਿਹੜਾ ਸਿਸਟਮ ਹੈ, ਸੋਲਰ ਸਿਸਟਮ ਹੈ, ਇਸ ਨੂੰ ਹੀ ਪੂਰੇ ਯੂਨੀਵਰਸ ਮੰਨਿਆ ਜਾਂਦਾ ਸੀ। ਟਾਲਮੀ ਨੇ ਕਿਹਾ ਵੀ ਜਿਹੜੀ ਅਰਥ ਹੈ ਇਹ ਯੂਨੀਵਰਸ ਦੇ ਸੈਂਟਰ 'ਤੇ ਹੈ, ਬਾਕੀ ਸਾਰੀਆਂ ਚੀਜ਼ਾਂ ਇਹਦੇ ਦੁਆਲੇ ਘੁੰਮਦੀਆਂ ਨੇ। ਪਰ ਹੁਣ ਸਾਨੂੰ ਪਤਾ ਹੈ ਵੀ ਜਿਹੜਾ ਅਰਥ ਹੈ ਇਹ ਸੋਲਰ ਸਿਸਟਮ ਦਾ ਇੱਕ ਪਾਰਟ ਹੈ। ਸੋਲਰ ਸਿਸਟਮ ਸਾਡੀ ਮਿਲਕੀ ਵੇ ਗਲੈਕਸੀ ਦੇ ਵਿੱਚ ਲਾਈ ਕਰਦੀ ਹੈ। ਇਸ ਯੂਨੀਵਰਸ ਦੇ ਅੰਦਰ ਕਰੋੜਾਂ ਅਰਬਾਂ ਗਲੈਕਸੀਜ਼ ਨੇ, 10⁻11 ਗਲੈਕਸੀਜ਼ ਨੇ। ਸੋਲਰ ਸਿਸਟਮ ਉਸ ਗਲੈਕਸੀ ਦੇ ਵਿੱਚ ਲਾਈ ਕਰਦੀ ਹੈ ਜਿਹਦੇ ਵਿੱਚ ਅਸੀਂ ਰਹਿ ਰਹੇ ਹਾਂ। ਇਸ ਗਲੈਕਸੀ ਦਾ ਨਾਮ ਮਿਲਕੀ ਵੇ ਗਲੈਕਸੀ ਹੈ। ਪਰ ਟਾਲਮੀ ਵੇਲੇ ਜਦੋਂ 150ਵਾਂ ਸਾਲ ਸੀਗਾ, ਉਸ ਸਮੇਂ ਦੇ ਦੌਰਾਨ ਅਰਥ ਦਾ ਜਿਹੜਾ ਸਿਸਟਮ ਸੀ ਉਸੇ ਨੂੰ ਹੀ ਯੂਨੀਵਰਸ ਮੰਨਿਆ ਗਿਆ ਸੀ। ਤਾਂ ਟਾਲਮੀ ਨੇ ਆਪਣੀ ਥਿਊਰੀ ਦਿੱਤੀ ਵੀ ਇਹ ਜਿਹੜੀ ਸ੍ਰਿਸ਼ਟੀ ਹੈ, ਜਿਹੜੀ ਯੂਨੀਵਰਸ ਹੈ, ਉਹਦੇ ਸੈਂਟਰ 'ਤੇ ਅਰਥ ਹੈ, ਬਾਕੀ ਸਾਰੀਆਂ ਚੀਜ਼ਾਂ ਉਹਦੇ ਆਲੇ ਦੁਆਲੇ ਚੱਕਰ ਲਗਾਉਂਦੀਆਂ ਨੇ। ਇਹ ਟਾਲਮੀ ਦੀ ਇਸ ਗੱਲ ਨੂੰ ਇੰਨਾ ਮਹੱਤਵ ਦਿੱਤਾ ਗਿਆ ਕਿ 1500 ਸਾਲ ਕਿਸੇ ਨੇ ਜੁਰਤ ਨਹੀਂ ਕੀਤੀ ਵੀ ਇਹਦੀ ਜਿਹੜੀ ਟਾਲਮੀ ਦੀ ਥਿਊਰੀ ਨੂੰ ਰੱਦ ਕੀਤਾ ਜਾਵੇ। ਪੀਪਲ ਕੈਪਟ ਅੰਡਰਸਟੈਂਡਿੰਗ ਦ ਐਸਟਰੋਨੋਮੀਕਲ ਆਬਜ਼ਰਵੇਸ਼ਨਸ। ਐਸਟਰੋਨੋਮੀਕਲ ਮਤਲਬ ਜਿਹੜਾ ਸਪੇਸ ਦੇ ਅੰਦਰ ਚੀਜ਼ਾਂ ਦਾ ਘਟਨ ਹੁੰਦਾ ਹੈ, ਧਰਤੀ ਤੋਂ ਇਲਾਵਾ। ਧਰਤੀ 'ਤੇ ਜਿਹੜੀਆਂ ਚੀਜ਼ਾਂ ਹੁੰਦੀਆਂ ਨੇ ਉਹ ਟੈਰੈਸਟਰੀਅਲ ਆਬਜ਼ਰਵੇਸ਼ਨਸ ਨੇ। ਧਰਤੀ ਤੋਂ ਇਲਾਵਾ ਸਪੇਸ ਦੇ ਵਿੱਚ ਜਿਹੜੀ ਵੀ ਕੋਈ ਚੀਜ਼ ਅਸੀਂ ਓਬਜ਼ਰਵ ਕਰਦੇ ਹਾਂ ਉਹਨੂੰ ਅਸੀਂ ਐਸਟਰੋਨੋਮੀਕਲ ਆਬਜ਼ਰਵੇਸ਼ਨਸ ਕਹਿੰਦੇ ਹਾਂ। ਪੀਪਲ ਕੈਪਟ ਅੰਡਰਸਟੈਂਡਿੰਗ ਦ ਐਸਟਰੋਨੋਮੀਕਲ ਆਬਜ਼ਰਵੇਸ਼ਨਸ ਔਨ ਦਾ basis of Ptolemy's geocentric model of universe for around 1500 years। ਟਾਲਮੀ ਦੀ ਥਿਊਰੀ ਨੂੰ ਪੱਕਾ ਮੰਨ ਕੇ ਬਹੁਤ ਸਾਰੇ ਲੋਕ ਤਕਰੀਬਨ 1500 ਸਾਲ ਆਪਣੀ ਜਿਹੜੇ ਆਬਜ਼ਰਵੇਸ਼ਨਸ ਨੇ ਉਹਨਾਂ ਨੂੰ ਐਕਸਪਲੇਨ ਕਰਨ ਦੇ ਲਈ ਟਾਲਮੀ ਦੀ ਜੀਓਸੈਂਟਰਿਕ ਥਿਊਰੀ ਨੂੰ ਆਧਾਰ ਮੰਨ ਕੇ ਕਰਦੇ ਰਹੇ। then Galileo
ਐਨ ਇਟਾਲੀਅਨ, ਇਟਲੀ ਦਾ ਇੱਕ ਬੰਦਾ ਸੀਗਾ, ਆਪਣੇ ਸਾਇੰਟਿਸਟ ਸੀਗਾ, ਫਿਜ਼ਿਸਟ ਸੀਗਾ। ਜਨਮ 1564 ਈਸਵੀ ਦੇ ਵਿੱਚ ਹੋਇਆ। ਇਹ ਦੁਨੀਆ ਤੋਂ ਚਲੇ ਕਦੋਂ ਗਏ? 1642 ਈਸਵੀ ਦੇ ਵਿੱਚ। ਜੇ ਅਸੀਂ ਥੋੜ੍ਹਾ ਅੰਦਾਜ਼ਾ ਲਾਉਣਾ ਹੋਵੇ, ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਜਿਹੜਾ ਸਮਾਂ ਸੀਗਾ ਉਹ 1469 ਤੋਂ 1539 ਈਸਵੀ ਤੱਕ ਸੀ। 1500 ਗੁਰੂ ਨਾਨਕ ਸਾਹਿਬ ਦੇ ਜੋਤੀ ਜੋਤ ਸਮਾਉਣ ਤੋਂ ਤਕਰੀਬਨ 25 ਸਾਲ ਬਾਅਦ ਇਹਦਾ ਜਨਮ ਹੋਇਆ। ਗੈਲੀਲੀਓ gave his heliocentric theory which is being accepted till date। heliocentric theory ਦਿੱਤੀ ਗੈਲੀਲੀਓ ਨੇ। ਇਹਦਾ ਕੀ ਮਤਲਬ ਹੈ? heliocentric theory ਹੁੰਦੀ ਕੀ ਹੈ? ਇਹਦੇ ਮੁਤਾਬਕ ਸਾਡੀ ਜਿਹੜੀ ਗਲੈਕਸੀ ਹੈ ਉਹਦਾ ਜਿਹੜਾ ਸੋਲਰ ਸਿਸਟਮ ਹੈ, ਜਿਹੜਾ ਸਨ ਹੈ ਉਹਦੇ ਸੈਂਟਰ ਤੇ ਹੈ। ਅਰਥ ਸਮੇਤ ਬਾਕੀ ਸਾਰੇ ਜਿਹੜੇ ਪਲੈਨਟਸ ਨੇ ਉਹਦੇ ਦੁਆਲੇ ਰਿਵੋਲਵ ਕਰਦੇ ਆ। ਹੈਲੀਓਸੈਂਟਰਿਕ ਮੀਨਸ not earth at the center, it is the sun which lies at the center of the solar system। ਟਾਲਮੀ ਵੇਲੇ ਅਸੀਂ ਕੀ ਕਿਹਾ ਸੀ? ਧਰਤੀ ਸ੍ਰਿਸ਼ਟੀ ਦੇ ਕੇਂਦਰ ਤੇ ਹੈ, ਯੂਨੀਵਰਸ ਦੇ ਕੇਂਦਰ ਤੇ ਹੈ। ਹੁਣ ਅਸੀਂ ਕੀ ਕਰ ਰਹੇ ਹਾਂ? sun is at the center of solar system। ਹੁਣ ਅਸੀਂ ਯੂਨੀਵਰਸ ਨਹੀਂ ਕਹਿ ਰਹੇ, ਕਿਉਂਕਿ ਹੁਣ ਤੱਕ ਆਉਂਦਿਆਂ ਤੇ ਸਾਨੂੰ ਪਤਾ ਲੱਗ ਚੁੱਕਾ ਹੈ ਬਈ ਜਿਹੜਾ ਸੋਲਰ ਸਿਸਟਮ ਹੈ ਇਹ ਸਾਡੀ ਮਿਲਕੀ ਵੇ ਗਲੈਕਸੀ ਨੂੰ ਬਿਲੋਂਗ ਕਰਦਾ ਹੈ, ਤੇ ਇਸ ਯੂਨੀਵਰਸ ਦੇ ਅੰਦਰ ਬਹੁਤ ਕਰੋੜਾਂ ਅਰਬਾਂ ਦੀ ਗਿਣਤੀ ਦੇ ਵਿੱਚ ਗਲੈਕਸੀਜ਼ ਨੇ। ਇਸੇ ਕਰਕੇ ਅਸੀਂ ਪਿਛਲੇ ਪੇਜ ਤੇ ਕਿਹਾ ਸੀਗਾ ਬਈ ਜਿਹੜੀ ਵਿਗਿਆਨ ਹੈ ਉਹ ਸਾਨੂੰ ਸਿਖਾਉਂਦੀ ਹੈ ਵੀ ਸਾਡੀ ਜਿਹੜੀ ਹੈਸੀਅਤ ਹੈ ਇੱਕ ਕਿਣਕੇ ਸਮਾਨ ਹੈ। ਸੋ ਗੈਲੀਲੀਓ gave his heliocentric theory which is being accepted till date। ਅੱਜ ਦੀ ਡੇਟ ਤੱਕ ਅਸੀਂ ਇਹਨੂੰ ਐਕਸੈਪਟ ਕਰਦੇ ਰਹੇ ਹਾਂ, ਮੰਨਦੇ ਹਾਂ। It should be noted that the great scientist Galileo has to serve a lifetime jail for opposing geocentric theory। geocentric theory ਕਿਹਨੇ ਦਿੱਤੀ ਸੀ? ਟਾਲਮੀ ਨੇ। ਉਹਦਾ ਇੰਨਾ ਬੋਲਬਾਲਾ ਸੀ, ਕੋਈ ਹਿੰਮਤ ਨਹੀਂ ਸੀ ਕਰਦਾ ਵੀ ਟਾਲਮੀ ਦੀ ਥਿਊਰੀ 'ਚ ਕੋਈ ਤੇ ਝੂਠੀ ਬਾਸ ਪਾਈ ਜਾ ਸਕਦੀ ਹੈ, ਕਿਉਂਕਿ ਉਸੇ ਦੀ ਥਿਊਰੀ ਦੇ ਬੇਸਡ ਧਰਮਾਂ ਦਾ ਵਿਕਾਸ ਹੋਇਆ, ਕ੍ਰਿਸਚੀਅਨ ਧਰਮ ਦਾ ਵਿਕਾਸ ਹੋਇਆ। ਤੇ ਜਿਹੜੇ ਕ੍ਰਿਸਚੀਅਨ ਧਰਮ ਦੇ ਅੰਦਰ ਜਿਹੜੇ ਕੈਥੋਲਿਕ ਲੋਕ ਸੀਗੇ, ਰੋਮਨ ਕੈਥੋਲਿਕ, ਉਹ ਮੰਨਦੇ ਸੀਗੇ ਵੀ ਇਹ ਚੀਜ਼ ਨੂੰ ਪਾਪ ਮੰਨਦੇ ਸੀਗੇ ਵੀ ਕੋਈ ਕਵੇ ਵੀ ਧਰਤੀ ਦੂਜੀ ਕਿਸੇ ਚੀਜ਼ ਦੇ ਦੁਆਲੇ ਘੁੰਮਦੀ ਹੈ, ਕਿਉਂਕਿ ਉਸ ਵੇਲੇ ਰੋਮਨ ਕੈਥੋਲਿਕ ਧਰਮ ਅਨੁਸਾਰ ਧਰਤੀ ਬਾਰੇ ਕਹਿਣਾ ਕਿ ਇਹ ਕਿਸੇ ਹੋਰ ਚੀਜ਼ ਦੁਆਲੇ ਘੁੰਮਦੀ ਹੈ ਉਦੋਂ ਦੇ ਧਾਰਮਿਕ ਗ੍ਰੰਥਾਂ ਵਿੱਚ ਲਿਖੀਆਂ ਗੱਲਾਂ ਦਾ ਵਿਰੋਧ ਕਰਨ ਬਰਾਬਰ ਸੀ। ਇਸ ਕਰਕੇ ਗੈਲੀਲੀਓ ਜਿਸ ਨੇ ਕਿਹਾ ਕਿ ਧਰਤੀ ਦੇ ਦੁਆਲੇ ਦੂਜੀਆਂ ਚੀਜ਼ਾਂ ਨਹੀਂ, ਇਹ ਸੂਰਜ ਹੈ ਜਿਹਦੇ ਦੁਆਲੇ ਧਰਤੀ ਸਮੇਤ ਹੋਰ ਬਾਕੀ ਚੀਜ਼ਾਂ ਘੁੰਮਦੀਆਂ ਨੇ, ਉਹਨੇ ਉਸ ਸਮੇਂ ਧਾਰਮਿਕ ਗ੍ਰੰਥਾਂ ਦੇ ਵਿੱਚ ਲਿਖੀਆਂ ਗੱਲਾਂ ਦੀ ਪ੍ਰਮਾਣਿਕਤਾ ਨੂੰ ਇੱਕ ਚੈਲੰਜ ਦਿੱਤਾ, ਜਿਸ ਦੀ ਕਹੀ ਗੱਲ ਨੂੰ ਅਧਰਮ ਕਿਹਾ ਗਿਆ, ਤੇ ਗੈਲੀਲੀਓ ਤੇ ਕੇਸ ਚੱਲਿਆ ਤੇ ਉਸ ਨੂੰ ਆਪਣੀ ਇੱਕ ਆਬਜ਼ਰਵੇਸ਼ਨ ਨੂੰ ਸਹੀ ਠਹਿਰਾਉਣ ਦਾ ਉਹਨੂੰ ਸਜ਼ਾ ਮਿਲੀ। ਸਾਰੀ ਜ਼ਿੰਦਗੀ ਉਹਨੂੰ ਜੇਲ੍ਹ ਦੇ ਵਿੱਚ ਸਪੈਂਡ ਕਰਨੀ ਪਈ। heliocentric means sun is at the center and other planets including earth, include ਕਰਨਾ ਸਮੇਤ, including earth revolve around it, ਮਤਲਬ sun, around sun। similarly ਅਸੀਂ ਇੱਥੇ ਐਗਜ਼ਾਮਪਲ ਦੇ ਰਹੇ ਹਾਂ ਟਾਲਮੀ ਦੀ ਗੈਲੀਲੀਓ ਨਾਲ। ਟਾਲਮੀ ਦੀ ਥਿਊਰੀ ਨੂੰ ਅਸੀਂ 1500 ਸਾਲ ਮੰਨਿਆ ਮੈਨਕਾਇੰਡ ਨੇ, ਪਰ 16ਵੀਂ ਸਦੀ ਦੇ ਵਿੱਚ ਆ ਕੇ
ਗੈਲੀਲੀਓ ਨੇ ਉਸ ਦੀ ਥਿਊਰੀ ਨੂੰ ਚੈਲੰਜ ਕਰਤਾ। ਹੌਲੀ ਹੌਲੀ ਗੈਲੀਲੀਓ ਦੀ ਜਿਹੜੀ ਥਿਊਰੀ ਹੈ ਉਹਨੂੰ ਸਹੀ ਮੰਨਿਆ ਜਾਣ ਲੱਗਿਆ। ਸੋ ਟੋਲਮੀਜ਼ ਥਿਊਰੀ ਆਲਦੋ ਇਟ ਵਾਜ਼ kept guiding the people for around 1500 years, but it was discarded by Galileo. Same was accepted by the people after Galileo. ਹੋਰ ਬਹੁਤ ਸਾਰੀਆਂ ਥਿਊਰੀਜ਼ ਨੇ, ਜਿਵੇਂ ਸਿਮਿਲਰਲੀ ਕਾਰਪੂਸਕੂਲਰ ਥਿਊਰੀ ਆਫ ਲਾਈਟ। ਕਾਰਪੂਸਕੂਲਰ ਕੀ ਹੁੰਦੇ ਆ? ਪਾਰਟੀਕਲਸ ਹੁੰਦੇ ਆ। ਪਹਿਲਾਂ ਮੰਨਿਆ ਜਾਂਦਾ ਸੀ ਲਾਈਟ ਜਦੋਂ ਔਨ ਕਰਦੇ ਆ ਤਾਂ ਜਿਹੜੇ ਪਾਰਟੀਕਲਸ ਟਰੈਵਲ ਕਰਦੇ ਆ, ਜਿੱਥੇ ਜ਼ਿਆਦਾ ਰੋਸ਼ਨੀ ਹੈ ਉੱਥੇ ਵੱਧ ਪਾਰਟੀਕਲਸ ਪਹੁੰਚਦੇ ਆ। ਉਸ ਥਿਊਰੀ ਨੂੰ ਅਸੀਂ ਕਾਰਪੂਸਕੂਲਰ ਥਿਊਰੀ ਕਹਿੰਦੇ ਆ। ਸਭ ਤੋਂ ਪਹਿਲਾਂ ਲਾਈਟ ਦੀ ਇਹ ਥਿਊਰੀ ਸੀ, ਇਹ ਕਿਹਨੇ ਦਿੱਤੀ ਸੀ? ਨਿਊਟਨ ਨੇ ਦਿੱਤੀ ਸੀ। ਤਾਂ ਉਹ ਰਿਪਲੇਸ ਹੋਈ। ਦੈਨ ਦੈਟ ਥਿਊਰੀ ਵਾਜ਼ ਰਿਪਲੇਸਡ ਬਾਈ ਵੇਵ ਥਿਊਰੀ ਆਫ ਲਾਈਟ। ਇਹ ਕਿਹਨੇ ਦਿੱਤੀ ਸੀ? ਹਾਈਗਨ ਨੇ, ਜਾਂ ਹਾਈਜਨ ਬੋਲੀਏ ਅਸੀਂ। ਐਂਡ ਫਾਈਨਲੀ ਜਿਹੜੀ ਹਾਈਗਨ ਦੀ ਥਿਊਰੀ ਸੀ ਵੇਵ ਥਿਊਰੀ, ਉਹਨੂੰ ਕਿਹਨੇ ਰਿਪਲੇਸ ਕਰਤਾ? ਡਿਊਲ ਨੇਚਰ ਆਫ ਲਾਈਟ। ਡਿਊਲ ਦਾ ਮਤਲਬ ਦੋ ਰੂਪੀ, ਇੱਕੋ ਚੀਜ਼ ਦੇ ਦੋ ਰੂਪ ਹੋਣ। ਪਹਿਲੀ ਥਿਊਰੀ 'ਚ ਲਾਈਟ ਵਾਜ਼ ਸਪੋਜ਼ ਟੂ ਬੀ ਕੰਸਿਸਟਿੰਗ ਆਫ ਪਾਰਟੀਕਲਸ, ਉਹਨੂੰ ਕਾਰਪੂਸਕੂਲਰ ਕਹਿੰਦੇ ਆ। ਉਦੋਂ ਬਾਅਦ ਕਿਹਾ ਗਿਆ ਵੀ ਨਹੀਂ, ਲਾਈਟ ਤਾਂ ਇੱਕ ਤਰੰਗ ਦੀ ਟਾਈਪ, ਤਰੰਗ ਦੀ ਤਰ੍ਹਾਂ ਹੈ, ਤਰੰਗਾਂ ਦੀ ਤਰ੍ਹਾਂ ਦੀ ਹੈ। ਵੇਵ ਥਿਊਰੀ ਹੈ, ਜਿਹਦੀ ਨੇਚਰ ਵੇਵ ਵਰਗੀ ਹੈ। ਉਦੋਂ ਬਾਅਦ ਡੀ ਬਰੋਗਲੀ ਨੇ ਕਿਹਾ ਵੀ ਜਿਹੜੀ ਲਾਈਟ ਹੈ ਉਹਦੇ ਦੋ ਰੂਪ ਹੋ ਸਕਦੇ ਆ, ਕਦੇ ਇਹ ਪਾਰਟੀਕਲ ਦੀ ਤਰ੍ਹਾਂ ਬਿਹੇਵ ਕਰਦੀ ਹੈ ਤੇ ਕਿਤੇ ਇਹ ਵੇਵ ਦੀ ਤਰ੍ਹਾਂ ਬਿਹੇਵ ਕਰਦੀ ਹੈ। ਦੇਅਰਫੋਰ ਉਹਦੀ ਥਿਊਰੀ ਕੀ ਸੀ ਕਿ ਲਾਈਟ ਬਿਹੇਵਸ ਬੋਥ ਪਾਰਟੀਕਲ ਐਜ਼ ਵੈਲ ਐਜ਼ ਅ ਵੇਵ। ਕੁਝ ਹਾਲਾਤਾਂ 'ਚ ਲਾਈਟ ਪਾਰਟੀਕਲ ਦੀ ਤਰ੍ਹਾਂ ਬਿਹੇਵ ਕਰਦੀ ਹੈ। ਫੋਟੋ ਇਲੈਕਟ੍ਰਿਕ ਇਫੈਕਟ ਤੁਹਾਨੂੰ ਪਤਾ ਲੱਗੇਗਾ ਨੈਕਸਟ ਈਅਰ ਦੇ ਵਿੱਚ। ਉਹਦੇ ਵਿੱਚ ਲਾਈਟ ਬਿਹੇਵਸ ਐਜ਼ ਇਫ ਇਟ ਇਜ਼ ਕੰਸਿਸਟਿੰਗ ਆਫ ਪਾਰਟੀਕਲਸ। ਇੰਟਰਫੀਅਰੈਂਸ ਦਾ ਇੱਕ ਫਿਨੋਮੀਨਨ ਹੈਗਾ, ਡਿਫਰੈਕਸ਼ਨ ਆਫ ਲਾਈਟ ਦਾ ਇੱਕ ਫਿਨੋਮੀਨਨ ਹੈਗਾ। ਉਹਨਾਂ ਦੇ ਵਿੱਚ ਅਸੀਂ ਇੰਟਰਫੀਅਰੈਂਸ ਪੈਟਰਨ ਜਾਂ ਡਿਫਰੈਕਸ਼ਨ ਪੈਟਰਨ ਜਿਹੜੇ ਬਣਦੇ ਆ, ਇਹਨਾਂ ਚੀਜ਼ਾਂ ਦਾ ਤੁਹਾਨੂੰ ਨੈਕਸਟ ਈਅਰ ਪਤਾ ਲੱਗੇਗਾ। ਉਹ ਜਿਹੜੇ ਪੈਟਰਨਸ ਜੇ ਨੇ they can only be explained if it is supposed that light has wave nature। ਤੇ ਕਿਹਾ ਜਾਂਦਾ ਹੈ ਵੀ ਕੁਝ ਹਾਲਾਤਾਂ 'ਚ ਲਾਈਟ ਪਾਰਟੀਕਲ ਦੀ ਤਰ੍ਹਾਂ ਬਿਹੇਵ ਕਰਦੀ ਹੈ, ਕੁਝ ਦੇ ਵਿੱਚ ਇਹ ਵੇਵ ਦੀ ਤਰ੍ਹਾਂ ਬਿਹੇਵ ਕਰਦੀ ਹੈ। ਪਰ ਜਿੱਥੇ ਇਹ ਪਾਰਟੀਕਲ ਦਾ ਹੀ ਬਿਹੇਵ ਕਰਦੀ ਹੈ ਉੱਥੇ ਨਾਲ ਦੀ ਨਾਲ ਇਹ ਨਹੀਂ ਹੋਏਗਾ ਵੀ ਉੱਥੇ ਵੀ ਵੇਵ ਦੀ ਤਰ੍ਹਾਂ ਇਹਦਾ ਬਿਹੇਵੀਅਰ ਇੱਕ ਜਗ੍ਹਾ ਤੇ ਇੱਕੋ ਤਰ੍ਹਾਂ ਦਾ ਹੋਏਗਾ, ਆਈਦਰ ਐਜ਼ ਪਾਰਟੀਕਲ ਔਰ ਲਾਈਕ ਵੇਵ। ਇੱਥੇ ਸਾਰੀ ਡਿਸਕਸ਼ਨ ਜਿਹੜੀ ਆਪਾਂ ਕਰ ਰਹੇ ਦਾ ਮਤਲਬ ਕੀ ਹੈ ਵੀ ਅੱਜ ਇੱਕ ਥਿਊਰੀ ਬਣਾ ਦਿੱਤੀ ਜਾਂਦੀ ਹੈ, ਦੈਟ ਥਿਊਰੀ ਕੈਨ ਨਾਟ ਬੀ ਟੇਕਨ ਐਜ਼ ਪਰਮਾਨੈਂਟ। ਆਉਣ ਵਾਲੇ ਸਮੇਂ ਦੇ ਵਿੱਚ ਉਸ ਉਹ ਥਿਊਰੀ ਡਿਸਕਾਰਡ ਵੀ ਹੋ ਸਕਦੀ ਹੈ, ਰੱਦ ਵੀ ਹੋ ਸਕਦੀ ਹੈ। ਸੋ ਇਹ ਸਾਰੀ ਜਿਹੜੀ ਡਿਸਕਸ਼ਨ ਹੁਣ ਤੱਕ ਅਸੀਂ ਕੀਤੀ ਹੈ, ਇਹਦੇ ਵਿੱਚ ਅਸੀਂ ਸਾਇੰਸ ਬਾਰੇ ਸਮਝਿਆ ਵੀ ਸਾਇੰਸ ਦੀ ਇੰਪੋਰਟੈਂਸ ਕੀ ਹੈ ਸਾਡੀ ਲਾਈਫ ਦੇ ਵਿੱਚ, ਸਾਇੰਸ ਹੁੰਦੀ ਕੀ ਹੈ, ਜਿਹੜੀਆਂ ਸਾਇੰਟੀਫਿਕ ਮੈਥਡ ਹੈ ਉਹ ਕਿਸ ਤਰ੍ਹਾਂ ਦੇ ਮੈਥਡ ਨੂੰ ਅਸੀਂ ਸਾਇੰਟੀਫਿਕ ਮੈਥਡ ਕਹਿੰਦੇ ਆ। ਕੋਈ ਸਾਇੰਟੀਫਿਕ ਮੈਥਡ ਦੇ ਨਾਲ ਅਸੀਂ ਕੋਈ ਥਿਊਰੀ ਬਣਾ ਦਿੰਦੇ ਆ ਕਿਸੇ ਆਬਜ਼ਰਵੇਸ਼ਨ ਨੂੰ ਐਕਸਪਲੇਨ ਕਰਨ ਦੇ ਲਈ, ਕਿ ਉਹ ਥਿਊਰੀ ਪਰਮਾਨੈਂਟ ਬਣ ਜਾਂਦੀ ਹੈ। ਅਸੀਂ ਕੁਝ ਐਗਜ਼ਾਮਪਲਸ ਲੈ ਕੇ ਦੱਸੀਆਂ ਵੀ ਕੁਝ ਚੀਜ਼ਾਂ ਨੇ ਜਿਨ੍ਹਾਂ ਬਾਰੇ ਕਈ ਸਾਲ ਇੱਕ ਧਾਰਨਾ ਬਣ ਚੁੱਕੀ ਸੀ, ਪਰ ਉਸ ਤੋਂ ਬਾਅਦ ਉਹ ਧਾਰਨਾ ਤੋੜੀ ਗਈ, ਟੁੱਟੀ ਗਈ, ਤੋੜ ਦਿੱਤੀ ਗਈ ਸਾਇੰਟੀਫਿਕ ਮੈਥਡ ਦੇ ਹਿਸਾਬ ਨਾਲ। ਇਸ ਕਰਕੇ ਜਿਹੜੀ ਸਾਇੰਸ ਹੈ ਇਹ ਬੜੀ ਡਾਇਨਾਮਿਕ ਹੈ, ਬੜੀ ਗਤੀਸ਼ੀਲ ਹੈ। ਇਹਦੀਆਂ ਬੜੀਆਂ ਬ੍ਰਾਂਚਿਸ ਨੇ। ਉਹਦੇ ਵਿੱਚੋਂ ਇੱਕ ਬ੍ਰਾਂਚ ਫਿਜ਼ੀਕਲ ਸਾਇੰਸਿਸ ਹੈ ਤੇ ਉਹਦੇ ਵਿੱਚ ਲਈ ਇੱਕ ਸਬਜੈਕਟ ਨੂੰ ਅਸੀਂ ਫਿਜ਼ਿਕਸ ਬੋਲਦੇ ਹਾਂ। ਸਾਡਾ ਜਿਹੜਾ ਸਬਜੈਕਟ ਹੈ, ਹੁਣ ਅਸੀਂ ਉਸ ਫਿਜ਼ਿਕਸ ਵਿਸ਼ੇ ਬਾਰੇ ਜਾਣਨ ਦੀ ਕੋਸ਼ਿਸ਼ ਕਰਦੇ ਹਾਂ। ਵਾਟ ਇਜ਼ ਫਿਜ਼ਿਕਸ?
It is that branch of science which explores nature and studies natural phenomenon. ਐਕਸਪਲੋਰ ਕਰਨ ਦਾ ਮਤਲਬ ਕੋਈ ਨਵੀਂ ਚੀਜ਼ ਲੱਭਣੀ, ਐਕਸਪਲੋਰ ਕਰਨਾ, ਇੱਕ ਕੋਸ਼ਿਸ਼ ਕਰਦੇ ਰਹਿਣਾ, ਨਵਾਂਪਣ ਤਲਾਸ਼ਣ ਦੀ। ਕਿਹਦਾ? ਕੁਦਰਤ ਦਾ। ਮੈਂ ਹਮੇਸ਼ਾ ਕਹਿਣਾ ਹੁੰਦਾ ਵੀ ਕੁਦਰਤ ਦਾ ਜਿਹੜੀ ਧਾਰਨਾ ਹੈਗੀ ਹੈ, ਇਹ ਗੌਡ ਦੀ ਧਾਰਨਾ ਤੋਂ ਅਲੱਗ ਕਰਕੇ ਸਾਨੂੰ ਦੇਖਣਾ ਪਏਗਾ। ਨੇਚਰ ਦੇ ਅੰਦਰ ਕੋਈ ਚੀਜ਼ ਘਟ ਰਹੀ ਹੈ, ਉਹ ਕੁਦਰਤੀ ਤੌਰ 'ਤੇ ਜਿਹੜੀ ਚੀਜ਼ ਹੋ ਰਹੀ ਹੈ, ਨੇਚਰ ਦੇ ਅੰਦਰ ਕੁਦਰਤੀ ਤੌਰ 'ਤੇ ਜਿਹੜੀਆਂ ਚੀਜ਼ਾਂ ਘਟ ਰਹੀਆਂ ਨੇ, ਉਹਨੂੰ ਅਸੀਂ ਕੁਦਰਤੀ ਕ੍ਰਿਸ਼ਮੇ ਕਹਿੰਦੇ ਆ। ਉਦਾਹਰਨ ਦੇ ਤੌਰ 'ਤੇ ਸੂਰਜ ਹਮੇਸ਼ਾ ਪੂਰਬ ਦੇ ਵਿੱਚੋਂ ਨਿਕਲਦਾ। ਕੋਈ ਵੀ ਚੀਜ਼ ਅਸੀਂ ਹਵਾ 'ਚ ਉਛਾਲ ਦਈਏ, ਅਲਟੀਮੇਟਲੀ ਧਰਤੀ ਵੱਲ ਆਉਂਦੀ ਹੈ। ਇਹ ਕੁਦਰਤੀ ਪ੍ਰਕਿਰਿਆ ਹੈ। ਦਿਨ ਰਾਤ ਬਣਦੇ ਆ, ਸੀਜ਼ਨ ਬਦਲਦੇ ਰਹਿੰਦੇ ਆ, ਇਹ ਸਾਰੀਆਂ ਕੁਦਰਤੀ ਪ੍ਰਕਿਰਿਆਵਾਂ ਨੇ। ਜਿਹੜੀ ਬ੍ਰਾਂਚ ਸਾਇੰਸ ਦੀ ਕੁਦਰਤ ਦੇ ਅੰਦਰ ਨਵਾਂਪਣ ਲੱਭਣ ਦੀ ਕੋਸ਼ਿਸ਼ ਕਰਦੀ ਹੈ, ਇਟ ਕੀਪਸ ਔਨ ਐਕਸਪਲੋਰਿੰਗ ਨੇਚਰ, ਤੇ ਉਹਨਾਂ ਨੂੰ ਸਟੱਡੀ ਕਰਦੀ ਹੈ, ਕੁਦਰਤੀ ਫਿਨੋਮੀਨਨ, ਕੁਦਰਤੀ ਕ੍ਰਿਸ਼ਮਿਆਂ ਨੂੰ ਸਟੱਡੀ ਕਰਦੀ ਹੈ। ਉਸ ਨੂੰ ਅਸੀਂ ਉਸ ਸਾਇੰਸ ਦੀ ਉਸ ਬ੍ਰਾਂਚ ਨੂੰ ਫਿਜ਼ਿਕਸ ਕਹਿੰਦੇ ਹਾਂ। ਇਟ ਸਟੱਡੀਜ਼ ਨੇਚਰ, NATURE, ਐਂਡ ਨੈਚੁਰਲ ਫਿਨੋਮੀਨਨ। ਫਿਜ਼ਿਕਸ ਦੀਆਂ ਬ੍ਰਾਂਚਸ ਨੇ ਵੀ। ਫਿਜ਼ਿਕਸ ਦਾ ਦਾਇਰਾ, ਬ੍ਰਾਂਚਸ ਆਫ ਫਿਜ਼ਿਕਸ, ਇਹਦਾ ਦਾਇਰਾ ਜਿਹੜੀ ਡੋਮੇਨ ਹੈ, ਕਿੱਥੋਂ ਤੋਂ ਕਿੱਥੋਂ ਤੱਕ ਲਾਈ ਕਰਦੀ ਹੈ। ਦ ਡੋਮੇਨ ਆਫ ਫਿਜ਼ਿਕਸ ਇਨਕਲੂਡਸ ਮੈਕਰੋਸਕੋਪਿਕ ਸਕੇਲ। ਕਿਹੜੀ ਸਕੇਲ ਮੈਕਰੋਸਕੋਪਿਕ ਹੈ? ਜਿਨ੍ਹਾਂ ਦਾ ਸਾਈਜ਼ ਫਿਨਾਈਟ, ਮਿਣਨਯੋਗ ਹੈ। ਦ ਆਬਜੈਕਟਸ ਇਨ ਦਿਸ ਡੋਮੇਨ ਆਰ ਆਫ ਫਿਨਾਈਟ ਸਾਈਜ਼। ਡਾਇਰੈਕਟ ਮੈਥਡ ਦੇ ਨਾਲ ਅਸੀਂ ਚੀਜ਼ਾਂ ਦੀ ਜਿਹੜੀ ਹੈ ਪਮੈਸ਼ ਕਰ ਸਕਦੇ ਹੋਈਏ, ਪਰ ਇੱਥੋਂ ਤੱਕ ਸੀਮਿਤ ਨਹੀਂ। ਦ ਡੋਮੇਨ ਦੇ ਅੰਦਰ, ਫਿਜ਼ਿਕਸ ਦੀ ਡੋਮੇਨ ਦੇ ਅੰਦਰ ਮਾਈਕਰੋਸਕੋਪਿਕ ਸਕੇਲ ਵੀ ਹੈ। ਇਹਦੇ ਅੰਦਰ ਉਹ ਚੀਜ਼ਾਂ, ਉਹ ਵਰਤਾਰੇ ਵੀ ਨੇ ਜਿਨ੍ਹਾਂ ਨੂੰ ਐਕਸਪਲੇਨ ਕਰਨ ਲਈ ਜੇ ਸਾਨੂੰ ਮਿਣਤੀ ਦੀ ਜ਼ਰੂਰਤ ਪਵੇ ਤਾਂ ਡਾਇਰੈਕਟ ਅਸੀਂ ਉਹਨਾਂ ਚੀਜ਼ਾਂ ਦੀ ਗਿਣਤੀ ਮਿਣਤੀ ਨਹੀਂ ਕਰ ਸਕਦੇ। ਦ ਆਬਜੈਕਟਸ ਇਨ ਦਿਸ ਡੋਮੇਨ ਕੈਨ ਨਾਟ ਬੀ ਸੀਨ ਵਿਦ ਨੇਕਡ ਹਿਊਮਨ ਆਈ। Example, molecules, atoms, electrons, etc. All the branches of physics at macroscopic scale make up classical physics. All the branches of physics at microscopic scale make up modern physics. Dear students, in the next lecture we shall make a distinction between classical physics and modern physics. I hope ਤੁਹਾਨੂੰ ਇਹਦੇ ਵਿੱਚੋਂ ਕੁਝ ਨਵਾਂ ਸਿੱਖਣ ਨੂੰ ਮਿਲਿਆ ਹੋਵੇਗਾ। I wish you all the best. Thank you for being with me.